नमस्कार, खबरें दस बुलेटिन में तुहाडा स्वागत है। मैं परमिंदर सिंह। पहला पेश ने चोणवीआं खबरां। ਆਪਰੇਸ਼ਨ ਗੰਗਾ ਤਹਿਤ ਅੱਜ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ 15 ਵਿਸ਼ੇਸ਼ ਉਡਾਨਾਂ ਰਾਹੀਂ ਤਕਰੀਬਨ 3000 ਭਾਰਤੀ ਵਾਪਸ ਪੁੱਜੇ। ਯੂਕਰੇਨ ਸੰਕਟ ਕਾਰਨ ਇੰਟਰਨਸ਼ਿਪ ਅਧੂਰੀ ਛੱਡ ਕੇ ਵਾਪਸ ਆਏ ਮੈਡੀਕਲ ਗ੍ਰੈਜੂਏਟ ਵਿਦਿਆਰਥੀ ਆਪਣੀ ਇੰਟਰਨਸ਼ਿਪ ਭਾਰਤ ਵਿੱਚ ਪੂਰੀ ਕਰ ਸਕਦੇ ਨੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦੁਨੀਆ ਦੇ ਬਦਲਾਅ ਵਿੱਚ ਵਿੱਦਿਆ ਨੂੰ ਉਚਿਤ ਜ਼ਰੀਆ ਦੱਸਿਆ। ਮੋਹਾਲੀ ਟੈਸਟ ਦੇ ਦੂਜੇ ਦਿਨ ਸ਼੍ਰੀਲੰਕਾ ਨੇ ਖੇਡ ਖਤਮ ਹੋਣ ਸਮੇਂ ਤੱਕ 4 ਖਿਡਾਰੀਆਂ ਪਿੱਛੇ 108 ਦੌੜਾਂ ਬਣਾਈਆਂ। ਫਾਲੋਆਨ ਤੋਂ ਬਚਣ ਲਈ ਸ਼੍ਰੀਲੰਕਾ ਨੂੰ 267 ਦੌੜਾਂ ਦੀ ਜ਼ਰੂਰਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਸ਼ੁਰੂ ਕੀਤੇ ਗਏ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਅੱਜ 15 ਵਿਸ਼ੇਸ਼ ਉਡਾਨਾਂ ਰਾਹੀਂ ਤਕਰੀਬਨ 3000 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਉਡਾਨਾਂ ਵਿੱਚ 12 ਵਿਸ਼ੇਸ਼ ਨਾਗਰਿਕ ਉਡਾਨਾਂ ਅਤੇ 3 ਭਾਰਤੀ ਹਵਾਈ ਫੌਜ ਦੀਆਂ ਉਡਾਨਾਂ ਸ਼ਾਮਲ ਨੇ। ਇਸ ਤਰ੍ਹਾਂ 22 ਫਰਵਰੀ ਨੂੰ ਵਿਸ਼ੇਸ਼ ਉਡਾਨਾਂ ਸ਼ੁਰੂ ਹੋਣ ਮਗਰੋਂ 13,700 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। ਕੱਲ੍ਹ 11 ਵਿਸ਼ੇਸ਼ ਉਡਾਨਾਂ ਦੇ ਆਉਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ 2200 ਤੋਂ ਵੱਧ ਵਿਅਕਤੀਆਂ ਨੂੰ ਲਿਆਂਦਾ ਜਾਵੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਭਰੋਸਾ ਦਿਵਾਇਆ ਕਿ ਯੂਕਰੇਨ ਤੋਂ ਹਰ ਭਾਰਤੀ ਨੂੰ ਸੁਰੱਖਿਅਤ ਕੱਢੇ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਪੂਰਬੀ ਹਿੱਸੇ, ਖਾਸ ਤੌਰ 'ਤੇ ਖਾਰਕੀਵ ਅਤੇ ਪਿਸ਼ੋਚਿਨ ਤੋਂ ਭਾਰਤੀਆਂ ਦੀ ਵਾਪਸੀ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਅਰਿੰਦਮ ਬਾਗਚੀ ਨੇ ਵੀ ਕਿਹਾ ਹੈ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਦੇ ਉੱਥੇ ਕੁਝ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਖਾਰਕੀਵ ਵਿੱਚ 300, ਪਿਸ਼ੋਚਿਨ ਵਿੱਚ 900 ਅਤੇ ਸੂਮੀ ਵਿੱਚ 700 ਭਾਰਤੀ ਫਸੇ ਹੋਏ ਨੇ। ਯੂਕਰੇਨ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਉੱਚ ਪੱਧਰੀ ਮੀਟਿੰਗ ਕਰ ਰਹੇ ਨੇ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਨੇ। ਮੀਟਿੰਗ ਵਿੱਚ ਆਪਰੇਸ਼ਨ ਗੰਗਾ ਨੂੰ ਹੋਰ ਤੇਜ਼ ਕਰਨ ਬਾਰੇ ਚਰਚਾ ਕੀਤੀ ਜਾ ਰਹੀ ਹੈ। ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਦਿੱਲੀ ਹਵਾਈ ਅੱਡੇ 'ਤੇ ਪੁੱਜੇ ਮੁਸਾਫਰਾਂ ਨੂੰ ਕੇਂਦਰੀ ਵਣਜ ਅਤੇ ਸਨਅਤ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਜੀ ਆਇਆਂ ਆਖਿਆ। ਇਨ੍ਹਾਂ ਸਾਰਿਆਂ ਨੂੰ ਯੂਕਰੇਨ ਤੋਂ ਬੁਡਾਪੇਸਟ ਲਿਆਂਦਾ ਗਿਆ, ਜਿੱਥੋਂ ਉਹ ਗੋ ਏਅਰ ਦੀ ਫਲਾਈਟ ਰਾਹੀਂ ਦਿੱਲੀ ਪੁੱਜੇ। ਵਤਨ ਵਾਪਸ ਪੁੱਜਣ 'ਤੇ ਇਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਇਨ੍ਹਾਂ ਸਾਰਿਆਂ ਨੇ ਸੁਰੱਖਿਅਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਯੂਕਰੇਨ ਤੋਂ ਆਪਰੇਸ਼ਨ ਗੰਗਾ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਘਰ ਵਾਪਸ ਲਿਆਂਦਾ ਜਾ ਰਿਹਾ ਹੈ। ਜਿਹੜੇ ਬੱਚੇ ਵਾਪਸ ਸੁਰੱਖਿਅਤ ਪਰਤ ਆਏ ਨੇ, ਉਹਨਾਂ ਦੇ ਮਾਪਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੇ ਨਾਲ ਨਾਲ ਅੱਖਾਂ ਵਿੱਚ ਹੰਝੂ ਵੀ ਨੇ। ਇੱਕ ਰਿਪੋਰਟ। ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਦੀ ਵੰਦਨਾ ਯੂਕਰੇਨ ਤੋਂ ਆਪਣੇ ਪਿੰਡ ਪਰਤੀ ਤਾਂ ਲੋਕਾਂ ਨੇ ਢੋਲ ਅਤੇ ਬਾਜਿਆਂ ਨਾਲ ਉਸ ਦਾ ਸਵਾਗਤ ਕੀਤਾ। ਭਾਰਤੀ ਦੂਤਘਰ ਨਾਲ ਸੰਪਰਕ ਕਰਨ ਮਗਰੋਂ ਵੰਦਨਾ ਅਤੇ ਉਸ ਦੇ ਨਾਲ ਕਈ ਹੋਰ ਵਿਦਿਆਰਥੀ वापस आउण च कामयाब हुए ने। जो हालात थे वो दिन ब दिन बदतर होते जा रहे हैं वहाँ पे। मतलब जब स्टार्टिंग हुई है तो थोड़ी थोड़ी बॉम्ब ब्लास्टिंग हो रही थी जो आउटर एरियाज पे थी। जैसे ही दिन बढ़ते गए सिटी में आने शुरू हुए। हम सिटी सेंटर में रहते थे, हमें पूरा पहले दिलासा दिया गया कि कुछ भी नहीं होगा, सब कुछ नॉर्मल हो जाएगा, न्यूट्रलाइज हो जाएगा। 14 साल पहले भी ऐसे हुआ था सेम। तो हमें लगा कि चलो ठीक है कि हो जाएगा, स्टडी के साथ कॉम्प्रोमाइज़ नहीं किया जा सकता था। टीचर्स ने साफ साफ मना कर दिया कि मतलब ऑनलाइन क्लासेस लग ही नहीं सकती। तो ऑफलाइन क्लासेस मतलब अटेंड करने के चक्कर में हम आ नहीं पाए। हमें जैसे जैसे इन्फॉर्मेशन मिलती गई कि इस ट्रेन जाते रहे हैं, मतलब इवन 24 आवर्स की ट्रेन थी जो हमने पूरी 24 आवर्स खड़े होके काटी है। इधर गुरदासपुर ਦੀ ਦਿਵਿਆ ਬੈਲ ਵੀ ਸੁਰੱਖਿਅਤ ਘਰ ਪਹੁੰਚੀ ਹੈ। ਅਸੀਂ ਉੱਥੇ ਸਲੋਵਾਕੀਅਨ ਬਾਰਡਰ ਜਦੋਂ ਅਸੀਂ ਪਹੁੰਚੇ ਹਾਂ ਤਾਂ ਉੱਥੇ ਇੰਡੀਅਨ ਐਮਬੈਸੀ ਦੇ ਟੈਂਟ ਸੀ, ਸ਼ੈਲਟਰ ਸੀ। ਉੱਥੇ ਉਹਨਾਂ ਨੇ ਬੱਚੇ ਕਲੈਕਟ ਕੀਤੇ ਐਂਡ ਦੈਨ ਸਾਨੂੰ ਸਟੂਡੈਂਟਸ ਨੂੰ ਇੱਕ ਬੱਸ ਵਿੱਚ ਬੱਸ ਦੇ ਰਾਹੀਂ ਸਾਨੂੰ ਸਾਡੀ ਅਕੋਮੋਡੇਸ਼ਨ 'ਚ ਰੱਖਿਆ। ਥੈਂਕਫੁਲੀ ਮੇਰੇ ਪੇਰੈਂਟਸ ਨੇ ਵੀ ਕਾਫੀ ਹੀ ਐਫਰਟਸ ਕੀਤੇ। ਮਾਈ ਫਾਦਰ ਵਾਜ਼ ਇਨ ਕੌਂਸਟੈਂਟ ਕੰਟੈਕਟ ਵਿਦ ਦ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ, ਜਿਹਦੇ ਕਰਕੇ ਨੈਕਸਟ ਡੇ ਪੋਸੀਬਲ ਜੋ ਫਲਾਈਟ ਸੀ ਉਹਦੀ ਲਿਸਟ ਵਿੱਚ ਮੇਰਾ ਨਾਮ ਆਇਆ ਐਂਡ ਆਈ ਰੀਚਡ ਹੋਮ ਸੇਫਲੀ। ਅਤੇ ਥੈਂਕਫੁਲੀ ਸਾਰਿਆਂ ਦੇ ਐਫਰਟਸ ਸਦਕਾ, ਸਾਡੀ ਗਵਰਨਮੈਂਟ ਦੇ ਜੋ ਐਫਰਟਸ ਕੀਤੇ ਉਹਨਾਂ ਦੇ ਸਦਕੇ ਅਸੀਂ ਘਰ ਪਹੁੰਚ ਗਏ ਹਾਂ। ਦਿਵਿਆ ਦੇ ਪਿਤਾ ਰਮਨ ਕੁਮਾਰ ਨੇ ਕੇਂਦਰ ਸਰਕਾਰ ਦੇ ਯਤਨਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ। Thank you very much my India government. I really want to thank, I really appreciate their all efforts and I want to motivate them so that in any future time, any kind of crisis comes on any of our Indian, anywhere in the world, our India government should always ready to fight with any kind of situation to rescue our Indians. Thank you very much and Jai Hind.
ਯਕੀਨਨ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਭਾਰਤੀ ਵਿਦਿਆਰਥੀ ਆਪੋ ਆਪਣੇ ਘਰੀਂ ਪਰਤ ਰਹੇ ਨੇ। ਆਪਰੇਸ਼ਨ ਗੰਗਾ ਨੇ ਇਸ ਵਾਪਸੀ ਦੀ ਰਫ਼ਤਾਰ ਵਧਾਈ ਹੈ। ਜਲੰਧਰ ਤੋਂ ਸੁਤੰਤਰ ਅਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਇੱਧਰ ਮੋਹਾਲੀ ਦਾ ਵਸਨੀਕ ਅਕੁਲ ਮਹਿਤਾ ਵੀ ਯੂਕਰੇਨ ਦੇ ਖਾਰਕੀਵ ਤੋਂ ਅੱਜ ਵਾਪਸ ਆਪਣੇ ਘਰ ਪਰਤਿਆ। ਸੁਰੱਖਿਅਤ ਵਾਪਸੀ ਲਈ ਅਕੁਲ ਮਹਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਮੋਹਾਲੀ ਹਵਾਈ ਅੱਡੇ ਤੇ ਪੁੱਜਣ ਤੇ ਅਕੁਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਵਾਗਤ ਕੀਤਾ। थैंक्स टू मोदी जी और जो हमारी गवर्नमेंट है उनका कि उन्होंने हमारी इतनी अच्छी हेल्प करी और हॉस्पिटलाइजेशन बहुत अच्छी दी। ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਤੇ ਬੀਜੇਪੀ ਦੇ ਆਗੂ ਤਰੁਣ ਚੁੱਗ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਖੁਦ ਇਸ ਕੰਮ ਨੂੰ ਦੇਖ ਰਹੇ ਨੇ। ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਭਾਰਤੀ ਤਿਰੰਗਾ ਪਾਸਪੋਰਟ ਤੋਂ ਵੱਧ ਕੰਮ ਕਰ ਰਿਹਾ ਹੈ। ਤਰੁਣ ਚੁੱਗ ਨੇ ਕਿਹਾ ਕਿ BBMB ਦੇ ਮੁੱਦੇ ਤੇ ਵਿਰੋਧੀ ਧਿਰ ਦੇਸ਼ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਪੰਜਾਬ ਤੋਂ ਯੂਕਰੇਨ ਵਿੱਚ 992 ਲੋਕ ਗਏ ਨੇ, ਜਿਨ੍ਹਾਂ ਵਿੱਚੋਂ ਪਾਰਟੀ ਨੇ ਹਾਲੇ ਤੱਕ 385 ਲੋਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਲਿਆ ਹੈ ਅਤੇ ਇਹ ਮੁਹਿੰਮ ਜਾਰੀ ਹੈ। ਜਲੰਧਰ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਖੜੇ ਹੋਣ ਦੇ ਵੱਡੇ ਦਾਅਵੇ ਕਰਨ ਵਾਲੇ ਪੰਜਾਬ ਕਾਂਗਰਸ ਦੇ ਆਗੂ ਅਤੇ ਹੋਰ ਵਿਰੋਧੀ ਧਿਰ ਲੋਕਾਂ ਦਾ ਦੁੱਖ ਵੰਡਣ ਲਈ ਅੱਜ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਯੂਕਰੇਨ ਤੋਂ ਵਾਪਸ ਆਉਣ ਵਾਲਿਆਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਹਵਾਈ ਅੱਡੇ ਤੋਂ ਹੀ ਵਿਵਸਥਾ ਕਰ ਰਹੀਆਂ ਨੇ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵਨਿਊ ਵਿਖੇ ਹੇਮੰਤ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਪੁੱਤਰ ਅਨਿਕੇਤ ਖਾਰਕੀਵ ਵਿੱਚ ਫਸਿਆ ਹੋਇਆ ਹੈ। ਉਹਨਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮੋਦੀ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਤੇ ਅਨਿਕੇਤ ਨੂੰ ਵੀ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇਗਾ। ਮੌਜੂਦਾ ਯੂਕਰੇਨ ਸੰਕਟ ਕਾਰਨ ਆਪਣੀ ਇੰਟਰਨਸ਼ਿਪ ਵਿਚਾਲੇ ਛੱਡ ਕੇ ਦੇਸ਼ ਪਰਤਣ ਵਾਲੇ ਮੈਡੀਕਲ ਗ੍ਰੈਜੂਏਟ ਵਿਦਿਆਰਥੀ ਆਪਣੀ ਇੰਟਰਨਸ਼ਿਪ ਭਾਰਤ ਵਿੱਚ ਪੂਰੀ ਕਰ ਸਕਦੇ ਨੇ। ਰਾਸ਼ਟਰੀ ਮੈਡੀਕਲ ਕਮਿਸ਼ਨ NMC ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਆਪਣੀ ਨੋਟੀਫਿਕੇਸ਼ਨ ਵਿੱਚ NMC ਨੇ ਕਿਹਾ ਹੈ ਕਿ ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਅਤੇ ਕੋਵਿਡ ਮਹਾਮਾਰੀ ਵਿਚਾਲੇ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਨੂੰ ਕੁਝ ਸੂਬਾ ਮੈਡੀਕਲ ਕੌਂਸਲਾਂ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅਜਿਹੇ ਵਿਦਿਆਰਥੀਆਂ ਦੇ ਤਣਾਅ ਨੂੰ ਵੇਖਦਿਆਂ ਉਹਨਾਂ ਦੀ ਇੰਟਰਨਸ਼ਿਪ ਭਾਰਤ ਵਿੱਚ ਹੀ ਪੂਰੀ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਪ੍ਰਕਿਰਿਆ ਸ਼ੁਰੂ ਕਰਨ ਦਾ ਕੰਮ ਸੂਬਾ ਮੈਡੀਕਲ ਕੌਂਸਲ ਵੱਲੋਂ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਇਹ ਵਿਦਿਆਰਥੀ ਵਿਦੇਸ਼ੀ ਮੈਡੀਕਲ ਸਿੱਖਿਆ ਪ੍ਰੀਖਿਆ ਵਿੱਚ ਪਾਸ ਐਲਾਨੇ ਗਏ ਹੋਣ। ਖਾਲਸਾ ਕਾਲਜ ਅੰਮ੍ਰਿਤਸਰ ਦੇ ਅੱਜ 130 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਈ ਗਈ ਸਾਲਾਨਾ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੋਸਟ ਗ੍ਰੈਜੂਏਟ ਤੇ ਗ੍ਰੈਜੂਏਟ ਜਮਾਤਾਂ ਦੇ 1626 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਦੁਨੀਆ ਦੇ ਬਦਲਾਅ ਲਈ ਵਿਦਿਆ ਇੱਕ ਉਚਿਤ ਜ਼ਰੀਆ ਹੈ। ਉਹਨਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਿੱਖਿਆ ਹੀ ਇਨਸਾਨ ਨੂੰ ਇਹਨਾਂ ਮੁਸ਼ਕਲਾਂ ਚੋਂ ਕੱਢਣ ਦਾ ਇੱਕ ਸਾਧਨ ਹੈ। ਬਨਵਾਰੀ ਲਾਲ ਪੁਰੋਹਿਤ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਦ੍ਰਿੜ ਨਿਸ਼ਚੇ ਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਰਾਜਪਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਰਾਜਨੀਤੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਸ਼ੀਨਾ ਸਮੇਤ ਕਈ ਹੋਰ ਪਤਵੰਤੇ ਇਸ ਸਮਾਗਮ ਵਿੱਚ ਹਾਜ਼ਰ ਸਨ। ਡਾਕਟਰ ਸਤਿਆਪਾਲ ਆਰਟ ਗੈਲਰੀ ਅਤੇ ਵਿਰਸਾ ਵਿਹਾਰ ਵੱਲੋਂ ਵਿਸ਼ਵ ਪ੍ਰਸਿੱਧ ਗਜ਼ਲ ਗਾਇਕ ਪਦਮ ਵਿਭੂਸ਼ਣ ਜਗਜੀਤ ਸਿੰਘ ਦੀ ਯਾਦ ਵਿੱਚ ਅੱਜ ਜਲੰਧਰ ਵਿੱਚ ਇੱਕ ਗਜ਼ਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅੰਦਾਜ਼ੇ ਬਿਆਂ ਔਰ ਨਾਮ ਨਾਲ ਆਯੋਜਿਤ ਇਸ ਸੰਗੀਤ ਪ੍ਰੋਗਰਾਮ ਵਿੱਚ ਵੱਖ-ਵੱਖ ਕਲਾਕਾਰਾਂ ਨੇ ਆਪਣੇ ਗਾਇਕੀ ਦੇ ਹੁਨਰ ਨਾਲ ਖੂਬ ਸਮਾਂ ਬੰਨ੍ਹਿਆ। ਉੱਘੇ ਸੰਗੀਤਕਾਰ ਪ੍ਰੋਫੈਸਰ ਵਿਵੇਕ ਵਰਮਾ ਦੀਆਂ ਗਜ਼ਲਾਂ ਦੀ ਸਰੋਤਿਆਂ ਨੇ ਵਾਹ-ਵਾਹੀ ਕੀਤੀ। ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਗਗਨ ਕੁੰਦਰਾ ਸਮੇਤ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਇਸ ਮੌਕੇ ਤੇ ਮੌਜੂਦ ਸਨ। किसको कातिल मैं कहूँ, किसको मसीहा समझूं, किसको कातिल मैं कहूँ, किसको मसीहा समझूं। सब यहाँ दोस्त ही बैठे
किसे क्या सारे मंजर भूल गए। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਨਾਗਰਿਕ ਸੇਵਾਵਾਂ ਵਿੱਚ ਸੂਬੇ ਦੇ ਸਭ ਤੋਂ ਘੱਟ ਬਕਾਇਆ ਅਰਜ਼ੀਆਂ ਵਜੋਂ ਨਾਮਣਾ ਖੱਟਿਆ ਹੈ। ਰਾਜ ਸਰਕਾਰ ਦੀ ਤਾਜ਼ਾ ਰੈਂਕਿੰਗ ਰਿਪੋਰਟ ਮੁਤਾਬਕ ਪਿਛਲੇ ਵਰ੍ਹੇ 5 ਮਾਰਚ ਤੋਂ ਇਸ ਵਰ੍ਹੇ 4 ਮਾਰਚ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਸਿਰਫ 0.08% ਅਰਜ਼ੀਆਂ ਬਕਾਇਆ ਸਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਦੱਸਿਆ ਹੈ ਕਿ ਇਸ ਇੱਕ ਸਾਲ ਦੌਰਾਨ 1,33,811 ਦਰਖਾਸਤਾਂ ਪ੍ਰਾਪਤ ਹੋਈਆਂ। ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਤੁਰੰਤ ਸੇਵਾਵਾਂ ਦੇਣ ਲਈ ਉਹਨਾਂ ਅਧਿਕਾਰੀਆਂ ਤੇ ਕਰਮਚਾਰੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕਰ ਨੇ ਕਿੰਗ ਆਫ ਸਪੇਨ ਸ਼ੇਨ ਵਾਰਨ ਦੇ ਦੇਹਾਂਤ ਦੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਪਣੇ ਇੱਕ ਟਵੀਟ ਵਿੱਚ ਅਨੁਰਾਗ ਸਿੰਘ ਠਾਕਰ ਨੇ ਕਿਹਾ ਕਿ ਸ਼ੇਨ ਵਾਰਨ ਇੱਕ ਅਜਿਹੇ ਉੱਘੇ ਖਿਡਾਰੀ ਸਨ ਜਿਨ੍ਹਾਂ ਨੇ ਮੈਦਾਨ ਤੇ ਆਪਣੀ ਗੇਂਦਬਾਜ਼ੀ ਦਾ ਜਾਦੂ ਦਿਖਾ ਕੇ ਕ੍ਰਿਕਟ ਦੀ ਦੁਨੀਆ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਅਨੁਰਾਗ ਸਿੰਘ ਠਾਕਰ ਨੇ ਕਿਹਾ ਹੈ ਕਿ ਉਹ ਖੇਡ ਪ੍ਰੇਮੀਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਉਹਨਾਂ ਕਿਹਾ ਕਿ ਸ਼ੇਨ ਵਾਰਨ ਸਾਡੇ ਸਮੇਂ ਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਸਨ। ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ IS ਬਿੰਦਰਾ ਸਟੇਡੀਅਮ ਵਿਖੇ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਅੱਜ ਦੂਜੇ ਦਿਨ ਸ਼੍ਰੀਲੰਕਾ ਨੇ ਖੇਡ ਖਤਮ ਹੋਣ ਸਮੇਂ ਤੱਕ 4 ਖਿਡਾਰੀਆਂ ਪਿੱਛੇ 108 ਦੌੜਾਂ ਬਣਾ ਲਈਆਂ ਸਨ। ਸ਼੍ਰੀਲੰਕਾ ਨੂੰ ਫਾਲੋ ਆਨ ਤੋਂ ਬਚਣ ਲਈ ਅਜੇ ਵੀ 267 ਦੌੜਾਂ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 574 ਦੌੜਾਂ ਬਣਾ ਕੇ ਖਤਮ ਕਰਨ ਦਾ ਐਲਾਨ ਕੀਤਾ। ਉਸ ਵੇਲੇ ਭਾਰਤ ਦੇ 8 ਖਿਡਾਰੀ ਆਊਟ ਹੋਏ ਸਨ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 157 ਦੌੜਾਂ ਬਣਾਈਆਂ ਅਤੇ ਅਖੀਰ ਤੱਕ ਆਊਟ ਨਹੀਂ ਹੋਏ। ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮੋਹਾਲੀ ਸਟੇਡੀਅਮ ਵਿੱਚ BCCI ਦੇ ਪ੍ਰਧਾਨ ਸੌਰਵ ਗਾਂਗਲੀ, ਸਕੱਤਰ ਜੈ ਸ਼ਾਹ ਅਤੇ ਕੈਸ਼ੀਅਰ ਅਰੁਣ ਠਾਕੁਰ ਨਾਲ ਪੰਜਾਬ ਵਿੱਚ ਕ੍ਰਿਕਟ ਦੇ ਵਿਕਾਸ ਬਾਰੇ ਚਰਚਾ ਕੀਤੀ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਸਾਬਕਾ ਰਣਜੀ ਖਿਡਾਰੀ ਰਾਕੇਸ਼ ਰਾਠੌਰ ਨੇ ਦੱਸਿਆ ਕਿ BCCI ਦੇ ਅਹੁਦੇਦਾਰਾਂ ਨੇ PCA ਪ੍ਰਧਾਨ ਰਜਿੰਦਰ ਗੁਪਤਾ ਨੂੰ ਪੰਜਾਬ ਵਿੱਚ ਕ੍ਰਿਕਟ ਦੇ ਵਿਕਾਸ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਅਤੇ ਲੰਮੇ ਸਮੇਂ ਤੋਂ ਕੋਵਿਡ ਦੇ ਚੱਲਦਿਆਂ ਖੇਡ ਮੈਦਾਨਾਂ ਤੋਂ ਦੂਰ ਰਹਿਣ ਵਾਲੇ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਲਿਆਉਣ ਲਈ ਪ੍ਰੋਤਸਾਹਨ ਪ੍ਰੋਗਰਾਮ ਚਲਾਉਣ ਦਾ ਸੁਝਾਅ ਦਿੱਤਾ। BCCI ਦੇ ਅਹੁਦੇਦਾਰਾਂ ਨੇ ਸਲਾਹ ਦਿੱਤੀ ਹੈ ਕਿ ਖੇਤਰੀ ਅਤੇ ਜ਼ੋਨਲ ਪੱਧਰ ਤੇ ਟੀਮਾਂ ਵਿਚਾਲੇ ਮੁਕਾਬਲੇ ਕਰਵਾਏ ਜਾਣ ਤਾਂ ਜੋ ਚੰਗੇ ਖਿਡਾਰੀਆਂ ਦੀ ਚੋਣ ਕਰਨੀ ਸੰਭਵ ਹੋ ਸਕੇ। ਉਹਨਾਂ ਜ਼ਿਲ੍ਹਾ ਪੱਧਰ ਤੇ ਕਲੱਬ ਕ੍ਰਿਕਟ ਨੂੰ ਵੀ ਹੱਲਾਸ਼ੇਰੀ ਦੇਣ ਦਾ ਸੁਝਾਅ ਦਿੱਤਾ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਟਵਿੱਟਰ ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਆਪਰੇਸ਼ਨ ਗੰਗਾ ਤਹਿਤ ਅੱਜ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ 15 ਵਿਸ਼ੇਸ਼ ਉਡਾਨਾਂ ਰਾਹੀਂ ਤਕਰੀਬਨ 3000 ਭਾਰਤੀ ਵਾਪਸ ਪੁੱਜੇ। ਯੂਕਰੇਨ ਸੰਕਟ ਕਾਰਨ ਇੰਟਰਨਸ਼ਿਪ ਅਧੂਰੀ ਛੱਡ ਕੇ ਵਾਪਸ ਆਏ ਮੈਡੀਕਲ ਗ੍ਰੈਜੂਏਟ ਵਿਦਿਆਰਥੀ ਆਪਣੀ ਇੰਟਰਨਸ਼ਿਪ ਭਾਰਤ ਵਿੱਚ ਪੂਰੀ ਕਰ ਸਕਦੇ ਨੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦੁਨੀਆ ਦੇ ਬਦਲਾਅ ਵਿੱਚ ਵਿੱਦਿਆ ਨੂੰ ਉਚਿਤ ਜ਼ਰੀਆ ਦੱਸਿਆ। ਮੋਹਾਲੀ ਟੈਸਟ ਦੇ ਦੂਜੇ ਦਿਨ ਸ਼੍ਰੀਲੰਕਾ ਨੇ ਖੇਡ ਖਤਮ ਹੋਣ ਸਮੇਂ ਤੱਕ 4 ਖਿਡਾਰੀਆਂ ਪਿੱਛੇ 108 ਦੌੜਾਂ ਬਣਾਈਆਂ। ਫਾਲੋ ਆਨ ਤੋਂ ਬਚਣ ਲਈ ਸ਼੍ਰੀਲੰਕਾ ਨੂੰ 267 ਦੌੜਾਂ ਦੀ ਜ਼ਰੂਰਤ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।